प्यारे बच्चों, ਅੱਜ ਆਪਾਂ ਬੇਟਾ ਮਿੱਥ ਕਥਾਵਾਂ ਕਰਾਂਗੇ। ਲੋਕ ਕਥਾਵਾਂ ਦਾ ਹਿੱਸਾ ਹੁੰਦੀਆਂ ਨੇ ਜਿਹੜੀਆਂ ਮਿੱਥ ਕਥਾ। ਮਿੱਥ ਕਥਾ ਕੀ ਹੁੰਦੀ ਹੈ ਬੇਟੇ? ਮੁੱਢਲੇ ਸਮਿਆਂ ਵਿੱਚ ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਆਪਣੀ ਸੂਝ-ਬੂਝ ਅਨੁਸਾਰ ਕਲਪਿਤ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਨੂੰ ਹੀ ਅਸੀਂ ਮਿੱਥ ਕਥਾਵਾਂ ਕਹਿੰਦੇ ਹਾਂ। ਮਿੱਥ ਕਥਾਵਾਂ ਕਥਾ ਸਾਹਿਤ ਦਾ ਮੁੱਢਲਾ ਰੂਪ ਤੇ ਮਹੱਤਵਪੂਰਨ ਹਿੱਸਾ ਹਨ। ਮਿੱਥ ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਇਹਨਾਂ ਕਥਾਵਾਂ ਵਿੱਚ ਪ੍ਰਕਿਰਤਿਕ ਵਸਤਾਂ, ਰੁੱਖਾਂ, ਜੀਵ ਜੰਤੂਆਂ ਤੇ ਫੁੱਲ ਬੂਟਿਆਂ ਨੂੰ ਮਨੁੱਖਾਂ ਵਾਂਗ ਕੰਮ ਤੇ ਗੱਲਾਂ ਕਰਦੇ ਹੋਏ ਦਰਸਾਇਆ ਜਾਂਦਾ ਹੈ। ਇਹਨਾਂ ਵਿੱਚ ਦੇਵੀ ਦੇਵਤਿਆਂ, ਭੂਤਾਂ, ਪ੍ਰੇਤਾਂ, ਦਿਆਂ, ਪਰੀਆਂ ਦਾ ਪ੍ਰਵੇਸ਼ ਹੁੰਦਾ ਹੈ। ਮਿੱਥ ਕਥਾ ਦੀ ਪਰਿਭਾਸ਼ਾ ਕੀ ਹੈ ਰਾਜੇ? ਮਿੱਥ ਕਥਾ ਇੱਕ ਪ੍ਰਕਾਰ ਦੀ ਕਹਾਣੀ ਹੁੰਦੀ ਹੈ ਜੋ ਕਿ ਆਮ ਕਰਕੇ ਕਿਸੇ ਦੇਵ ਪੁਰਸ਼ ਨਾਲ ਜੁੜੀ ਹੁੰਦੀ ਹੈ ਤੇ ਸਮੇਂ ਦੇ ਬੀਤਣ ਨਾਲ ਇਸ ਨਾਲ ਕੁਝ ਮਿੱਥਿਆ ਜੁੜ ਜਾਂਦੀ ਹੈ। ਠੀਕ ਹੈ, ਤੇ ਪਰ ਇਸ ਵਿੱਚ ਸੰਬੰਧਿਤ ਜਾਤੀ ਦੀਆਂ ਰਹੁ ਰੀਤਾਂ, ਸੰਸਕਾਰਾਂ ਤੇ ਧਾਰਮਿਕ ਸੰਸਥਾਵਾਂ ਦਾ ਵਰਣਨ ਹੁੰਦਾ ਹੈ। ਇਹ ਤਾਂ ਬੇਟਾ ਮਿੱਥ ਕਥਾ ਸੀ। ਆਪਾਂ ਮਿੱਥ ਕਥਾ ਅੱਜ ਕਿਹੜੀ ਕਰਦੇ ਹਾਂ? ਨਲ ਦਮਯੰਤੀ। ਨਲ ਦਮਯੰਤੀ ਜਿਹੜੀ ਮਿੱਥ ਕਥਾ ਹੈ, ਮਹਾਭਾਰਤ ਵਿੱਚ ਜਦੋਂ ਯੁਧਿਸ਼ਠਰ ਜੂਏ ਵਿੱਚ ਸਭ ਕੁਝ ਹਾਰ ਕੇ ਨਿਰਾਸ਼ ਹੋ ਚੁੱਕਿਆ ਸੀ ਤਾਂ ਬ੍ਰਿਹਦਸਵ ਨਾਂ ਦਾ ਵਿਅਕਤੀ ਉਸਨੂੰ ਇੱਕ ਕਹਾਣੀ ਸੁਣਾ ਕੇ ਧੀਰਜ ਦਿੰਦਾ ਹੈ। ਇਹ ਕਹਾਣੀ ਇਸ ਪ੍ਰਕਾਰ ਹੈ। ਨਿਸ਼ਦ ਦੇਸ਼ ਦੇ ਰਾਜੇ ਵੀਰਸੈਨ ਦਾ ਪੁੱਤਰ ਨਲ ਤੇਜਮਈ, ਗੁਣਵਾਨ, ਸੁੰਦਰ, ਬਲਵਾਨ ਤੇ ਘੋੜੇ ਦੌੜਾਉਣ ਵਿੱਚ ਮਾਹਰ ਸੀ। ਇਸੇ ਤਰ੍ਹਾਂ ਦੂਜੇ ਪਾਸੇ ਜਿਹੜਾ ਵਿਦਰਭ ਦੇਸ਼ ਦੇ ਰਾਜੇ ਭੀਮ ਦੀ ਰਾਜਕੁਮਾਰੀ ਦਮਯੰਤੀ ਰੂਪਮਤੀ, ਬੁੱਧੀਮਾਨ ਹੋਣ ਦੇ ਨਾਲ ਹੋਰ ਗੁਣਾਂ ਦੀ ਵੀ ਮਾਲਕ ਸੀ। ਨਲ ਅਤੇ ਦਮਯੰਤੀ ਆਪਣੇ ਗੁਣਾਂ ਕਾਰਨ ਛੇਤੀ ਹੀ ਪ੍ਰਸਿੱਧ ਹੋ ਗਏ। ਉਹਨਾਂ ਨੂੰ ਆਪ ਹੀ ਵੀ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗਣ ਲੱਗਾ ਤੇ ਉਹ ਬਿਨਾਂ ਮਿਲੇ ਹੀ ਹੌਲੀ-ਹੌਲੀ ਇੱਕ ਦੂਜੇ ਨਾਲ ਲਗਾਓ ਮਹਿਸੂਸ ਕਰਨ ਲੱਗੇ। ਦਮਯੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸਦਾ ਵਿਆਹ ਕਰਨ ਲਈ ਇੱਕ ਸਵੰਬਰ ਰਚਿਆ। ਦਮਯੰਤੀ ਨਾਲ ਵਿਆਹ ਦੀ ਇੱਛਾ ਨਾਲ ਦੂਰੋਂ ਰਾਜੇ, ਰਾਜਕੁਮਾਰ ਅਤੇ ਰਾਜਿਆਂ ਦਾ ਰੂਪ ਧਾਰ ਕੇ ਦੇਵਤੇ ਵੀ ਪਹੁੰਚੇ। ਦਮਯੰਤੀ ਮਨ ਵਿੱਚ ਨਲ ਨੂੰ ਆਪਣਾ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ। ਅਚੰਭਾ ਇਹ ਹੋਇਆ ਕਿ ਜਦੋਂ ਸਵੰਬਰ ਸਮੇਂ ਉਹ ਰਾਜੇ ਨਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸਨੂੰ ਇੱਕ ਨਹੀਂ ਕਈ ਨਾਲ ਰਾਜੇ ਉੱਥੇ ਬੈਠੇ ਦਿਖਾਈ ਦਿੱਤੇ, ਪਰ ਉਸਨੇ ਇਕਾਂਗਰਚਿਤ ਹੋ ਕੇ ਅਸਲੀ ਨਲ ਲੱਭ ਲਿਆ, ਕਿਉਂਕਿ ਦੇਵਤਿਆਂ ਦੇ ਸਰੀਰ ਉੱਤੇ ਨਾ ਮੁੜਕੇ ਦੀ ਕੋਈ ਬੂੰਦ ਸੀ, ਨਾ ਉਹ ਪਲਕਾਂ ਚੱਕ ਰਹੇ ਸਨ, ਨਾ ਹੀ ਉਹਨਾਂ ਦੇ ਪੈਰ ਧਰਤੀ ਨੂੰ ਛੂੰਹਦੇ ਸਨ ਅਤੇ ਨਾ ਹੀ ਉਹਨਾਂ ਦਾ ਕੋਈ ਪਰਛਾਵਾਂ ਸੀ। ਦਮਯੰਤੀ ਨੇ ਵਰਮਾਲਾ ਨਲ ਦੇ ਗਲ ਵਿੱਚ ਪਾ ਦਿੱਤੀ। ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਤੇ ਦੇਵਤਿਆਂ ਨੇ ਵੀ ਆਸ਼ੀਰਵਾਦ ਦਿੱਤਾ। ਦਮਯੰਤੀ ਬਹੁਤ ਚਲਾਕ ਸੀ ਤੇ ਉਹ ਗੁਣਵਾਨ ਵੀ ਸੀ। ਨਲ ਅਤੇ ਦਮਯੰਤੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ। ਉਹਨਾਂ ਦੇ ਘਰ ਇੱਕ ਲੜਕੇ ਅਤੇ ਇੱਕ ਲੜਕੀ ਨੇ ਜਨਮ ਲਿਆ। ਇਸ ਦੌਰਾਨ ਕਲਯੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ ਤੇ ਉਸਨੇ ਰੰਗ ਵਿੱਚ ਭੰਗ ਪਾਉਣ ਲਈ ਨਲ ਦੇ ਅੰਦਰ ਨਿਵਾਸ ਕਰਨ ਤੇ ਉਸਨੂੰ ਰਾਜ ਭਾਗ ਤੋਂ ਵਾਂਝਾ ਕਰਨ ਦੀ ਸੋਚੀ ਤਾਂ ਜੋ ਦਮਯੰਤੀ ਉਸਨੂੰ ਪਿਆਰ ਨਾ ਕਰ ਸਕੇ। ਸਮਾਂ ਪਾ ਕੇ ਰਾਜੇ ਨਲ ਦੇ ਸਿਰ ਤੇ ਜੂਏ ਦਾ ਭੂਤ ਸਵਾਰ ਹੋ ਗਿਆ ਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਨਾਲ ਜੂਆ ਖੇਡਣ ਲੱਗ ਪਿਆ। ਕਲਯੁਗ ਦੇ ਪ੍ਰਭਾਵ ਕਾਰਨ ਨਲ ਜੂਏ ਵਿੱਚ ਹਾਰਦਾ ਤੇ ਪੁਸ਼ਕਰ ਜਿੱਤਦਾ ਗਿਆ। ਦਮਯੰਤੀ ਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਇੱਕ ਨਾ ਮੰਨੀ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਲਾ ਕੇ ਆਪਣੇ ਦੋਵੇਂ ਬੱਚੇ ਆਪਣੇ ਪਿਤਾ ਕੋਲ ਭੇਜ ਦਿੱਤੇ। ਨਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ। ਬਸ ਉਹ ਆਪ ਹੀ ਸੀ ਤੇ ਇੱਕ ਦਮਯੰਤੀ ਸੀ। ਦੋਹਾਂ ਕੋਲ ਇੱਕ ਬਸਤਰ ਸੀ। ਪੁਸ਼ਕਰ ਨੇ ਨਲ ਦਾ ਰਾਜ ਜਿੱਤ ਕੇ ਪਰਜਾ ਨੂੰ ਹੁਕਮ ਦਿੱਤਾ ਕਿ ਨਲ ਅਤੇ ਦਮਯੰਤੀ ਦੀ ਕੋਈ ਬੰਦਾ ਸਹਾਇਤਾ ਨਾ ਕਰੇ ਅਤੇ ਨਾ ਹੀ ਉਹਨਾਂ ਨੂੰ ਅੰਨ ਪਾਣੀ ਦੇਵੇ। ਨਲ ਆਪਣਾ ਰਾਜ ਭਾਗ ਛੱਡ ਕੇ ਜੰਗਲ ਵੱਲ ਜਾਣ ਲੱਗਾ ਤਾਂ ਦਮਯੰਤੀ ਵੀ ਉਸ ਨਾਲ ਤੁਰ ਪਈ। ਨਲ ਨੇ ਉਸਨੂੰ ਜੰਗਲ ਦੇ
ਦੁੱਖ ਦੱਸ ਕੇ ਆਪਣੇ ਪਿਤਾ ਕੋਲ ਜਾਣ ਦੀ ਸਲਾਹ ਦਿੱਤੀ। ਪਰ ਦਮਯੰਤੀ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਵਿਆਹ ਸਮੇਂ ਦੁੱਖ ਸੁੱਖ ਵਿੱਚ ਇਕੱਠਿਆਂ ਰਹਿਣ ਦਾ ਪ੍ਰਣ ਕੀਤਾ ਸੀ, ਇਸ ਕਰਕੇ ਉਹ ਵੀ ਨਾਲ ਚੱਲੇਗੀ ਉਸਦੇ ਤੇ ਉਹ ਜੰਗਲਾਂ ਵਿੱਚ ਹੀ ਰਹਿ ਲਏਗੀ। ਨਾਲ ਅਤੇ ਦਮਯੰਤੀ ਕਈ ਦਿਨ ਦੀ ਭੁੱਖ ਤੇ ਸਫ਼ਰ ਦੀ ਥਕਾਵਟ ਕਰਕੇ ਬੇਹਾਲੋ ਬੇਹਾਲ ਹੋ ਗਈ। ਇੱਕ ਦਿਨ ਸ਼ਾਮ ਨੂੰ ਉਹ ਇੱਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ ਕਿ ਥਕਾਵਟ ਕਾਰਨ ਜਿਹੜੀ ਦਮਯੰਤੀ ਘੂਕ ਸੌਂ ਗਈ। ਪਰ ਰਾਜਾ ਨਾਲ ਚਿੰਤਾ ਕਾਰਨ ਜਾਗ ਰਿਹਾ ਸੀ। ਉਹ ਸੋਚਣ ਲੱਗਾ ਕਿ ਉਸ ਨਾਲ ਰਹਿਣ ਕਰਕੇ ਦਮਯੰਤੀ ਨੂੰ ਪਤਾ ਨਹੀਂ ਹੋਰ ਕਿਹੜੇ ਦੁੱਖ ਸਹਿਣੇ ਪੈਣਗੇ। ਪਰ ਨਾਲ ਹੀ ਉਸਨੇ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਉਹ ਦਮਯੰਤੀ ਨੂੰ ਸੁੱਤਾ ਛੱਡ ਗਿਆ ਤਾਂ ਉਹ ਉਸਨੂੰ ਬੇਵਫਾ ਸਮਝੇਗੀ। ਕਾਫੀ ਉਧੇੜ ਮਨ ਗੁਣ ਤੋਂ ਪਿੱਛੋਂ ਉਸਨੇ ਦਮਯੰਤੀ ਨੂੰ ਸੁੱਤਿਆਂ ਛੱਡ ਕੇ ਜਾਣਾ ਬਿਹਤਰ ਸਮਝਿਆ। ਸਵੇਰ ਹੋਣ ਤੇ ਜਦੋਂ ਦਮਯੰਤੀ ਦੀ ਅੱਖ ਖੁੱਲੀ ਤਾਂ ਆਪਣੇ ਕੋਲ ਰਾਜਾ ਨਲ ਨੂੰ ਨਾ ਵੇਖ ਕੇ ਉਸਦੇ ਮਨ ਨੂੰ ਬਹੁਤ ਦੁੱਖ ਲੱਗਾ। ਉਹ ਪਾਗਲਾਂ ਵਾਂਗ ਉਸਨੂੰ ਢੂੰਡਦੀ ਹੋਈ ਤੇ ਰੋਂਦੀ ਹੋਈ ਜੰਗਲ ਵੱਲ ਚੱਲ ਪਈ। ਰਸਤੇ ਵਿੱਚ ਇੱਕ ਅਜਗਰ ਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਕਲਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਿਕਾਰੀ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ। ਪਰ ਨਾਲ ਹੀ ਉਹ ਸ਼ਿਕਾਰੀ ਦੇ ਮਨ ਵਿੱਚ ਦਮਯੰਤੀ ਪ੍ਰਤੀ ਮੰਦ ਭਾਵਨਾ ਪੈਦਾ ਹੋ ਗਈ। ਆਪਣੀ ਪਤ ਦੀ ਰੱਖਿਆ ਲਈ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸਨੇ ਸ਼ਿਕਾਰੀ ਨੂੰ ਮਾਰ ਦਿੱਤਾ। ਰਾਜੇ ਨਲ ਦੀ ਭਾਲ ਵਿੱਚ ਦਮਯੰਤੀ ਬਿਲਕਦੀ ਕਰਲਾਉਂਦੀ ਜੰਗਲ ਵਿੱਚ ਭਟਕਦੀ ਰਹੀ। ਉਹ ਜੰਗਲ ਦੇ ਬਿਰਛਾਂ ਬੂਟਿਆਂ ਅਤੇ ਪਰਬਤਾਂ ਤੋਂ ਪੁਕਾਰ ਕੇ ਰਾਜੇ ਨਲ ਬਾਰੇ ਪੁੱਛਦੀ। ਜੰਗਲ ਵਿੱਚ ਮਿਲੇ ਰਿਸ਼ੀਆਂ ਨੇ ਉਸਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਕਾਫਲੇ ਨਾਲ ਉਹ ਚਿੰਦੀ ਰਾਜ ਦੀ ਰਾਜਧਾਨੀ ਪਹੁੰਚ ਗਈ। ਉੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ। ਉਸਨੇ ਦਮਯੰਤੀ ਨੂੰ ਪਿਆਰ ਨਾਲ ਆਪਣੇ ਕੋਲ ਰੱਖਿਆ। ਕੁਝ ਦਿਨਾਂ ਪਿੱਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸਦੇ ਪਿਤਾ ਕੋਲ ਭੇਜ ਦਿੱਤਾ। ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਸਾਰੇ ਬ੍ਰਾਹਮਣ ਰਾਜੇ ਨਲ ਦੀ ਭਾਲ ਵਿੱਚ ਚਾਰ ਸਪੇਰੇ ਤੋੜ ਦਿੱਤੇ। ਉਧਰ ਰਾਜਾ ਨਲ ਕਈ ਪ੍ਰਕਾਰ ਦੇ ਕਸ਼ਟ ਝੱਲਦਾ ਹੋਇਆ ਰਾਜੇ ਰਿਤੂਪਰਨ ਕੋਲ ਚਲਾ ਗਿਆ। ਇੱਥੇ ਉਹ ਭੇਸ਼ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਜਦੋਂ ਉਹ ਨੌਕਰੀ ਕਰਨ ਲੱਗਾ ਤਾਂ ਉਸਦਾ ਖੂਬਸੂਰਤ ਜਿਹੜਾ ਸਰੀਰ ਬੇਪਹਿਚਾਨ ਹੋ ਗਿਆ ਸੀ। ਇਸ ਦੌਰਾਨ ਰਾਜੇ ਭੀਮ ਦਾ ਇੱਕ ਬ੍ਰਾਹਮਣ ਰਾਜੇ ਰਿਤੂਪੁਰ ਕੋਲ ਪੁੱਜਾ। ਰਾਜੇ ਨਲ ਨਾਲ ਗੱਲਬਾਤ ਕਰਦਿਆਂ ਬ੍ਰਾਹਮਣ ਨੂੰ ਸ਼ੱਕ ਪੈ ਗਿਆ। ਉਸਨੇ ਵਾਪਸ ਜਾ ਕੇ ਉਸਦਾ ਹੁਲੀਆ ਦਮਯੰਤੀ ਨੂੰ ਦੱਸਿਆ। ਦਮਯੰਤੀ ਨੇ ਰਾਜਾ ਨਲ ਨੂੰ ਮੁੜ ਮਿਲਣ ਲਈ ਅਤੇ ਉਸਦੇ ਰਾਜਾ ਨਲ ਹੋਣ ਦੇ ਬਾਰੇ ਪੂਰੀ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕਰ ਦਿੱਤਾ। ਇਸ ਸਵੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਹੀ ਰੱਖਿਆ ਗਿਆ ਸੀ ਤੇ ਨਾਲ ਹੀ ਉਸਨੇ ਸਵੰਬਰ ਦਾ ਸੁਨੇਹਾ ਕੇਵਲ ਰਾਜਾ ਰਿਤੂਪਰਨ ਨੂੰ ਹੀ ਭੇਜਿਆ। ਰਿਤੂਪਰਨ ਸਵੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਦੇ ਸਮੇਂ ਬਾਰੇ ਜਾਣ ਕੇ ਹੈਰਾਨ ਹੋਇਆ। ਰਾਜੇ ਨਲ ਨੇ ਰਿਤੂਪਰਨ ਨੂੰ ਕਿਹਾ ਕਿ ਉਹ ਉਸਨੂੰ ਸਵੰਬਰ ਵਿੱਚ ਸਮੇਂ ਸਿਰ ਪਹੁੰਚਾ ਦੇਵੇਗਾ। ਅਸਲ ਵਿੱਚ ਦਮਯੰਤੀ ਨੇ ਇਹ ਸਵੰਬਰ ਰਾਜਾ ਨਲ ਦੀ ਪਛਾਣ ਕਰਨ ਲਈ ਹੀ ਰੱਖਿਆ ਸੀ। ਉਸਨੂੰ ਪਤਾ ਸੀ ਕਿ ਰਾਜਾ ਨਲ ਹੀ ਇੰਨੇ ਥੋੜੇ ਸਮੇਂ ਵਿੱਚ ਘੋੜਿਆਂ ਨੂੰ ਇੰਨੀ ਦੂਰ ਭਜਾ ਕੇ ਲਿਆ ਸਕਦਾ ਹੈ। ਜਦੋਂ ਰਿਤੂਪਰਨ ਨੇ ਨਲ ਨੂੰ ਬਹੁਤ ਤੇਜ਼ੀ ਨਾਲ ਘੋੜਾ ਦੌੜਾਉਂਦਿਆਂ ਵੇਖਿਆ ਤਾਂ ਉਸਨੇ ਨਲ ਨੂੰ ਕਿਹਾ ਕਿ ਉਹ ਘੋੜੇ ਦੌੜਾਉਣ ਦੀ ਕਲਾ ਉਸਨੂੰ ਸਿਖਾਵੇ ਤੇ ਬਦਲੇ ਵਿੱਚ ਉਹ ਉਸਨੂੰ ਜੂਆ ਖੇਡਣ ਦੀ ਕਲਾ ਸਿਖਾਵੇਗਾ। ਉਸਨੇ ਰਾਜਾ ਨਲ ਨੂੰ ਜੂਏ ਦੇ ਗੁਰ ਦਿੱਤੇ ਅਤੇ ਨਲ ਨੇ ਉਸਨੂੰ ਘੋੜੇ ਦੌੜਾਉਣ ਦਾ ਭੇਦ ਦੱਸਿਆ। ਅੰਤ ਰਿਤੂਪਰਨ ਅਤੇ ਘੋੜੇ ਦੇ ਵਾਹਕ ਦੇ ਰੂਪ ਵਿੱਚ ਰਾਜਾ ਨਲ ਸਮੇਂ ਸਿਰ ਰਾਜੇ ਭੀਮ ਦੀ ਨਗਰੀ ਪੁੱਜੀ। ਉੱਥੇ ਰਾਜੇ ਨਲ ਨੂੰ ਕੋਈ ਪਛਾਣ ਨਾ ਸਕਿਆ। ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਲ ਨਾਲ ਸੰਪਰਕ ਕੀਤਾ। ਉਹ ਦਮਯੰਤੀ ਦੇ ਸਵੰਬਰ ਰਚਨ ਤੇ ਬੜਾ ਦੁਖੀ ਸੀ। ਪਰ ਜਦੋਂ ਉਸਨੂੰ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸਨੂੰ ਲੱਭਣ ਲਈ ਹੀ ਬਣਾਈ ਸੀ ਤਾਂ ਉਸਦੇ ਸਾਰੇ ਸੰਕੇ ਦੂਰ ਹੋ ਗਏ। ਰਾਜਾ ਨਲ ਦੇ ਦਮਯੰਤੀ ਅਤੇ ਬੱਚਿਆਂ ਨੂੰ ਮਿਲ ਪੈਣ ਤੇ ਬੜੇ ਖੁਸ਼ ਹੋਏ। ਕੁਝ ਸਮੇਂ ਪਿੱਛੋਂ ਰਾਜਾ ਨਲ ਨੇ ਆਪਣੇ ਭਰਾ ਪੁਸ਼ਕਰ ਕੋਲ ਜਾ ਕੇ ਉਸਨੂੰ ਮੁੜ ਜੂਆ ਖੇਡਣ ਲਈ ਵੰਗਾਰਿਆ। ਜੂਏ ਦੀ ਨਵੀਂ ਸਿੱਖੀ ਕਲਾ ਨਾਲ ਉਸਨੇ ਨਾ ਕੇਵਲ ਪੁਸ਼ਕਰ ਤੋਂ ਆਪਣਾ ਰਾਜ ਮੁੜ ਜਿੱਤ ਲਿਆ, ਸਗੋਂ ਪੁਸ਼ਕਰ ਦਾ ਸਾਰਾ ਰਾਜ ਵੀ ਜਿੱਤ ਲਿਆ। ਪਰ ਉਸਨੇ
ਪੁਸ਼ਕਰ ਦਾ ਰਾਜ ਉਸਨੂੰ ਵਾਪਸ ਕਰ ਦਿੱਤਾ। ਇਸ ਪਿੱਛੋਂ ਖੁਸ਼ੀ-ਖੁਸ਼ੀ ਉਹ ਇਕੱਠੇ ਰਹਿਣ ਲੱਗ ਪਏ। ਨਲ ਅਤੇ ਦਮਯੰਤੀ ਦਾ ਪਿਆਰ ਹੋਰ ਵੀ ਵੱਧ ਗਿਆ। ਧੰਨਵਾਦ ਬੇਟਾ। ਇਸ ਤੋਂ ਬਾਅਦ ਆਪਾਂ ਕੁਐਸਚਨ ਆਨਸਰ ਕਰਦੇ ਹਾਂ। ਨਲ ਅਤੇ ਦਮਯੰਤੀ ਵਿੱਚ ਕਿਹੜੇ-ਕਿਹੜੇ ਗੁਣ ਸਨ? ਨਲ ਤੇਜਮਈ, ਗੁਣਵਾਨ, ਸੁੰਦਰ ਅਤੇ ਬਲਵਾਨ ਹੋਣ ਤੋਂ ਬਿਨਾਂ ਘੋੜੀ ਦੌੜਾਉਣ ਵਿੱਚ ਖਾਸ ਮਹਾਰਤ ਰੱਖਦਾ ਸੀ। ਦਮਯੰਤੀ ਰੂਪਮਤੀ, ਬੁੱਧੀਮਾਨ ਤੇ ਹੋਰਾਂ ਕਈ ਗੁਣਾਂ ਕਰਕੇ ਮਾਲਕ ਰਾਜਕੁਮਾਰੀ ਸੀ। ਉਹ ਕੀ ਸੀਗੀ? ਉਹ ਰੂਪਮਤੀ ਸੀ, ਬੁੱਧੀਮਾਨ ਤੇ ਹੋਰਨਾਂ ਕਈ ਗੁਣਾਂ ਦੀ ਮਾਲਕ ਸੀ। ਨਲ ਤੋਂ ਦਮਯੰਤੀ ਜਿਹੜੀ ਵਿਛੜ ਕੇ ਉਹਦੇ ਕੀ ਬੀਤਦੀ ਆ ਉਹਦੇ ਤੇ, ਦਮਯੰਤੀ ਤੇ। ਨਲ ਤੋਂ ਵਿਛੜ ਕੇ ਦਮਯੰਤੀ ਅੰਤਾਂ ਦਾ ਵਿਲਾਪ ਕਰਦੀ ਹੋਈ ਉਹਨੂੰ ਜੰਗਲ ਵਿੱਚ ਢੂੰਡ ਰਹੀ ਹੁੰਦੀ ਹੈ ਤੇ ਰਾਹ ਵਿੱਚ ਇੱਕ ਅਜਗਰ ਉਸਦੇ ਪੈਰਾਂ ਨੂੰ ਨਿਗਲਣ ਲੱਗਦਾ ਹੈ ਤੇ ਇੱਕ ਸ਼ਿਕਾਰੀ ਨੇ ਅਜਗਰ ਮਾਰ ਕੇ ਉਸਦੀ ਜਾਨ ਬਚਾਈ, ਪਰ ਉਹਦਾ ਮਨ ਸੀ ਜਿਹੜਾ ਉਹ ਮੰਦਭਾਵਨਾ ਨਾਲ ਭਰ ਗਿਆ ਤੇ ਉਹ ਉੱਚੇ ਆਚਰਣ ਵਾਲੀ ਦਮਯੰਤੀ ਵਿੱਚ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸਨੇ ਸ਼ਿਕਾਰੀ ਨੂੰ ਮਾਰ ਦਿੱਤਾ। ਫਿਰ ਉਹ ਜੰਗਲਾਂ ਤੇ ਵਿਸ਼ਾਂ ਬੂਟਿਆਂ ਤੋਂ ਨਾਲ ਬਾਰੇ ਪੁੱਛਦੀ ਰਹੀ ਤੇ ਉਹ ਚਿੰਦੀ ਰਾਜ ਦੀ ਰਾਜਧਾਨੀ ਪਹੁੰਚੀ। ਠੀਕ ਹੈ। ਨਲ ਤੇ ਦਮਯੰਤੀ ਇੱਕ ਦੂਜੇ ਤੋਂ ਕਿਵੇਂ ਵਿਛੜਦੇ ਹਨ? ਨਲ ਤੇ ਦਮਯੰਤੀ ਜੂਏ ਵਿੱਚ ਹਾਰਨ ਮਗਰੋਂ ਜੰਗਲਾਂ ਵਿੱਚ ਉਹ ਤੁਰ ਪਏ ਤੇ ਦਮਯੰਤੀ ਵੀ ਨਾਲ ਸੀ। ਦੋਹਾਂ ਦਾ ਸਫ਼ਰ ਥਕੇਵੇਂ ਤੇ ਭੁੱਖ ਨਾਲ ਬੁਰਾ ਹਾਲ ਸੀ। ਸਫ਼ਰ ਤੇ ਭੁੱਖ ਨਾਲ ਇਸ ਇੱਕ ਸ਼ਾਮ ਜਦੋਂ ਉਹ ਇੱਕ ਧਰਮਸ਼ਾਲਾ ਕੋਲ ਠਹਿਰੇ ਤਾਂ ਦਮਯੰਤੀ ਨੂੰ ਨੀਂਦ ਆ ਗਈ ਤੇ ਉਹ ਰਾਜਾ ਸੀ ਜਿਹੜਾ ਚਿੰਤਾ ਕਾਰਨ ਜਾਗ ਰਿਹਾ ਸੀ ਤੇ ਉਹ ਉਸਨੂੰ ਸੁੱਤਿਆਂ ਛੱਡ ਗਿਆ, ਕਿਉਂਕਿ ਉਹ ਜਾਣਦਾ ਸੀ ਕਿ ਜੰਗਲਾਂ ਵਿੱਚ ਦਮਯੰਤੀ ਨੂੰ ਬਹੁਤ ਜਿਹੜਾ ਉਹ ਹੈ ਉਸ ਨਾਲ ਰਹਿਣਾ ਪਵੇਗਾ। ਇਸ ਤਰ੍ਹਾਂ ਰਾਜੇ ਨਲ ਦੇ ਦਮਯੰਤੀ ਨੂੰ ਸੁੱਤਿਆਂ ਛੱਡ ਜਾਣ ਮਗਰੋਂ ਇੱਕ ਦੂਜੇ ਤੋਂ ਉਹ ਵਿਛੜ ਗਏ ਸੀ ਇੱਕ ਦੂਜੇ ਤੋਂ। ਨਲ ਅਤੇ ਦਮਯੰਤੀ ਦਾ ਵਿਆਹ ਕਿਵੇਂ ਹੁੰਦਾ ਹੈ? ਜਦੋਂ ਦਮਯੰਤੀ ਦੇ ਬਾਪ ਨੇ ਉਸਦੇ ਵਿਆਹ ਦਾ ਸਵੰਬਰ ਕੀਤਾ ਤਾਂ ਨਾਲ ਵਿਆਹ ਦੀ ਇੱਛਾ ਦੂਰ ਦਰਾਡੇ ਦੇ ਰਾਜਕੁਮਾਰ ਪਹੁੰਚੇ। ਇੱਥੋਂ ਤੱਕ ਕਿ ਦੇਵੀ ਦੇਵਤਿਆਂ ਨੇ ਵੀ ਭੇਸ਼ ਬਦਲ ਲਏ ਸੀ ਤੇ ਉਹ ਨਲ ਦੇ ਰੂਪ ਵਿੱਚ ਪਹੁੰਚੇ, ਪਰ ਦਮਯੰਤੀ ਨੇ ਮਨ ਵਿੱਚ ਹੀ ਨਲ ਨੂੰ ਆਪਣਾ ਪਤੀ ਮੰਨ ਬੈਠੀ ਸੀ ਤੇ ਉਸਨੇ ਸਾਰੇ ਰਾਜਿਆਂ, ਰਾਜਕੁਮਾਰਾਂ ਤੇ ਦੇਵਤਿਆਂ ਵਿੱਚੋਂ ਨਲ ਨੂੰ ਪਛਾਣ ਲਿਆ ਸੀ ਤੇ ਉਸਦੇ ਗਲ ਵਿੱਚ ਵਰਮਾਲਾ ਪਾ ਦਿੱਤੀ ਸੀ। ਨਲ ਤੇ ਦਮਯੰਤੀ ਦਾ ਪੁਨਰਮੇਲ ਕਿਵੇਂ ਹੁੰਦਾ ਹੈ? ਜਦੋਂ ਦਮਯੰਤੀ ਨੂੰ ਉਸਦੀ ਮਾਸੀ ਨੇ ਚਿੰਦੀ ਰਾਜ ਦੀ ਜਿਹੜੀ ਰਾਜਮਾਤਾ ਸੀ ਉਸਨੇ ਉਸਦੇ ਪਿਤਾ ਕੋਲ ਪਹੁੰਚਾ ਦਿੱਤਾ ਤਾਂ ਉਸਦੇ ਪਿਤਾ ਨੇ ਰਾਜੇ ਨਲ ਨੂੰ ਲੱਭਣ ਲਈ ਚਾਰੇ ਪਾਸੇ ਬ੍ਰਾਹਮਣ ਭੇਜੇ। ਇੱਕ ਬ੍ਰਾਹਮਣ ਰਾਜੇ ਰਿਤੂਪਰਨ ਕੋਲ ਵੀ ਪਹੁੰਚ ਗਿਆ, ਜਿੱਥੇ ਕਿ ਉਸਨੇ ਰਾਜੇ ਨਾਲ ਸ਼ਕਲੋਂ ਬੇਸ਼ਕਲ ਹੋਇਆ ਪਿਆ ਸੀ ਤੇ ਬ੍ਰਾਹਮਣ ਨੂੰ ਇਸ ਨਾਲ ਗੱਲਬਾਤ ਕਰਕੇ ਸ਼ੱਕ ਪੈ ਗਿਆ ਸੀ। ਉਸਨੇ ਦਮਯੰਤੀ ਕੋਲ ਉਸਦਾ ਹੁਲੀਆ ਦੱਸਿਆ। ਦਮਯੰਤੀ ਨੇ ਰਾਜੇ ਨਲ ਨੂੰ ਮੁੜ ਪ੍ਰਾਪਤ ਕਰਨ ਲਈ ਇੱਕ ਸਵੰਬਰ ਦਾ ਐਲਾਨ ਕੀਤਾ ਤੇ ਉਸਨੇ ਜਿਹੜਾ ਇੱਕ ਦਿਨ ਦਾ ਸਮਾਂ ਦੇ ਕੇ ਹੀ ਰਾਜੇ ਰਿਤੂਪਰਨ ਵੱਲ ਸਵੰਬਰ ਦਾ ਸੁਨੇਹਾ ਭੇਜਿਆ। ਰਾਜਾ ਰਿਤੂਪਰਨ ਜਾਣਾ ਚਾਹੁੰਦਾ ਸੀ ਤੇ ਪਰ ਉਸਨੇ ਤੇ ਰਾਜੇ ਨਲ ਨੇ ਤੇਜ਼ ਘੋੜੇ ਦੜਾ ਕੇ ਉਸਨੂੰ ਉੱਥੇ ਵਿਦਰਭ ਪਹੁੰਚਾ ਦਿੱਤਾ। ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਲ ਨਾਲ ਸੰਪਰਕ ਕੀਤਾ, ਜਿਹੜਾ ਕਿ ਦਮਯੰਤੀ ਦੇ ਸਵੰਬਰ ਕਾਰਨ ਦੁਖੀ ਸੀ। ਪਰ ਜਦੋਂ ਉਸਨੂੰ ਪਤਾ ਲੱਗਾ ਕਿ ਦਮਯੰਤੀ ਨੇ ਉਸਨੇ ਲੱਭਣ ਲਈ ਇਹ ਸਾਰੀ ਯੋਜਨਾ ਬਣਾਈ ਹੈ ਤਾਂ ਉਹ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਨਲ ਤੇ ਦਮਯੰਤੀ ਦਾ ਪੁਨਰਮੇਲ ਹੁੰਦਾ ਸੀ। ਨਲ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ ਸੀ? ਨਲ ਪੁਸ਼ਕਰ ਵਰਗਾ ਦੁਸ਼ਟ ਨਹੀਂ ਸੀ, ਸਗੋਂ ਉਹ ਸੱਜਣ ਪੁਰਸ਼ ਸੀ। ਬੇਟਾ, ਨਲ ਤੇ ਦਮਯੰਤੀ ਕਿਸ ਵੰਨਗੀ ਦੀ ਕਹਾਣੀ ਹੈ? ਮਿਥ ਕਥਾ। ਵੀਰ ਸੈਨ ਕਿਸ ਦੇਸ਼ ਦਾ ਰਾਜਾ ਸੀ? ਨਿਸ਼ਦ ਦੇਸ਼ ਦਾ। ਨਲ ਕਿਸ ਦਾ ਪੁੱਤਰ ਸੀ? ਰਾਜੇ ਵੀਰ ਸੈਨ ਦਾ। ਨਲ ਦੀ ਕਿਸ ਕੰਮ ਵਿੱਚ ਖਾਸ ਮਹਾਰਤ ਸੀ? ਘੋੜੇ ਦੌੜਾਉਣ ਵਿੱਚ। 23ਵੇਂ ਗੁਣਵਾਨ ਸੁੰਦਰ ਘੋੜੇ ਦੌੜਾਉਣ ਦਾ ਮਾਹਰ ਕੌਣ ਸੀ? ਨਲ। ਰਾਜਾ ਭੀਮ ਕਿੱਥੋਂ ਦਾ ਰਾਜਾ ਸੀ? ਵਿਦਰਭ ਦੇਸ਼ ਦਾ। ਰਾਜੇ ਭੀਮ ਦੀ ਰਾਜਕੁਮਾਰੀ ਦਾ ਨਾਂ ਕੀ ਸੀ? ਦਮਯੰਤੀ। ਰੂਪਮਤੀ ਤੇ ਬੁੱਧੀਮਾਨ ਰਾਜਕੁਮਾਰੀ ਕੌਣ ਸੀ? ਦਮਯੰਤੀ। ਦਮਯੰਤੀ ਦੇ ਵਿਆਹ ਲਈ ਰਾਜੇ ਨੇ ਇਸ ਸਮਾਗਮ ਦਾ ਆਯੋਜਨ ਕੀਤਾ, ਸਵੰਬਰ ਦਾ। ਦਮਯੰਤੀ ਦੇ ਸਵੰਬਰ ਵਿੱਚ ਕੌਣ ਸ਼ਾਮਲ ਹੋਏ? ਰਾਜੇ, ਰਾਜਕੁਮਾਰ ਤੇ ਦੇਵਤੇ। ਦਮਯੰਤੀ ਮਨ ਵਿੱਚ ਕਿਸ ਨੂੰ ਆਪਣਾ ਪਤੀ ਸਵੀਕਾਰ ਕਰ ਚੁੱਕੀ ਸੀ? ਨਲ। ਦਮਯੰਤੀ ਨੇ ਕਿਸ ਦੇ ਗਲ ਵਿੱਚ ਮਾਲਾ ਪਾਈ? ਨਲ ਦੇ। ਨਲ ਤੇ ਦਮਯੰਤੀ ਦੇ ਘਰ ਕਿੰਨੇ ਬੱਚੇ ਹੋਏ? ਇੱਕ ਲੜਕਾ ਤੇ ਇੱਕ ਲੜਕੀ। ਨਲ ਤੇ ਦਮਯੰਤੀ ਦੀ ਖੁਸ਼ੀ ਕਿਸ ਤੋਂ ਬਰਦਾਸ਼ਤ ਨਾ ਹੋਈ? ਕਲਯੁਗ ਤੋਂ। ਰਾਜਾ ਨਲ ਕਿਸ ਦੇ ਨਾਲ ਜੂਆ ਖੇਡਦਾ ਸੀ? ਆਪਣੇ ਭਰਾ ਪੁਸ਼ਕਰ ਨਾਲ। ਨਲ ਦਾ ਰਾਜ ਕਿਸ ਨੇ ਜਿੱਤ ਲਿਆ? ਪੁਸ਼ਕਰ ਨੇ। ਰਾਜਾ ਨਲ ਰਾਜ ਛੱਡ ਕੇ ਕਿੱਥੇ ਚਲਾ ਗਿਆ? ਜੰਗਲ ਵਿੱਚ। ਜੰਗਲ ਵਿੱਚ ਰਾਜੇ ਨਲ ਦੇ ਨਾਲ ਕੌਣ ਗਿਆ? ਦਮਯੰਤੀ।
ਰਾਜਾ ਨਲ ਦਮਯੰਤੀ ਨੂੰ ਕਿਸ ਹਾਲਤ ਵਿੱਚ ਛੱਡ ਗਿਆ? ਸੁੱਤੀ ਪਈ। ਕਿਸ ਨੇ ਦਮਯੰਤੀ ਨੂੰ ਨਿਗਲਣਾ ਸ਼ੁਰੂ ਕੀਤਾ? ਅਜਗਰ। ਅਜਗਰ ਨੂੰ ਕਿਸ ਨੇ ਮਾਰਿਆ? ਸ਼ਿਕਾਰੀ। ਸ਼ਿਕਾਰੀ ਨੂੰ ਕਿਸ ਨੇ ਮਾਰਿਆ? ਦਮਯੰਤੀ। ਜਿਹਦੀ ਰਾਜ ਦੀ ਰਾਜਮਾਤਾ ਦਮਯੰਤੀ ਦੀ ਕੀ ਲੱਗਦੀ ਸੀ? ਮਾਸੀ। ਦਮਯੰਤੀ ਦੇ ਪਿਤਾ ਨੇ ਰਾਜੇ ਨਲ ਨੂੰ ਲੱਭਣ ਲਈ ਕਿੰਨਾਂ ਨੂੰ ਚਫੇਰੇ ਭੇਜਿਆ? ਬ੍ਰਾਹਮਣਾਂ ਨੂੰ। ਰਿਤੂਪੁਰਣ ਕਿਹੜੀ ਖੇਡ ਦਾ ਮਾਹਰ ਸੀ? ਜੂਆ ਖੇਡ। ਦਮਯੰਤੀ ਨੇ ਕਿਸ ਦੇ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ? ਇੱਕ ਦਾਸੀ ਨਾਲ। ਨਲ ਨੇ ਜੂਏ ਵਿੱਚ ਜਿੱਤ ਕੇ ਰਾਜ ਕਿਸ ਨੂੰ ਵਾਪਸ ਕਰ ਦਿੱਤਾ? ਕ੍ਰਿਸ਼ਨ ਨੂੰ।